ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਆਸ਼ਾਵਾਦ ਦੀ ਲੋੜ ਨਿਰੰਤਰ ਪੈਂਦੀ ਹੈ, ਆਸ ਦੀ ਲੋੜ ਨਿਰਾਸ਼ਤਾ ਵੇਲੇ ਹੀ ਪੈਂਦੀ ਹੈ। ਹੌਸਲੇ ਦੀ ਲੋੜ ਢਹਿ ਦੀ ਕਲਾ ਵਿੱਚ ਪੈਂਦੀ ਹੈ। ਆਸ ਦਾ ਸੁਭਾਅ ਹੌਸਲੇ ਦੇ ਸੁਭਾਅ ਤੋਂ ਵੱਖਰਾ ਹੁੰਦਾ ਹੈ। ਇਸਤਰੀ ਨੂੰ ਲੜਨਾ ਨਹੀਂ ਆਉਂਦਾ, ਉਸ ਨੂੰ ਲੜਨਾ ਨਹੀਂ ਚਾਹੀਦਾ, ਪਰ ਜਦੋਂ ਉਹ ਲੜਨ ਲਈ ਮਜਬੂਰ ਹੋਵੇ ਤਾਂ ਉਹ ਵਧੇਰੇ ਤਬਾਹੀ ਮਚਾਉਂਦੀ ਹੈ। ਕਿਸੇ ਪੁਰਸ਼ ਨੂੰ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਇਸਤਰੀ ਨੂੰ ਉਸ ਨਾਲ ਲੜਨਾ ਪਏ। ਕਈ ਬੁਲਾਰੇ ਮੁੱਢ ਵਿੱਚ ਕਹਿੰਦੇ ਹਨ ਕਿ ਮੈਨੂੰ ਭਾਸ਼ਣ ਦੇਣਾ ਨਹੀਂ ਆਉਂਦਾ, ਫਿਰ ਉਹ 1.5 ਘੰਟਾ ਬੋਲ ਕੇ ਆਪਣੇ ਮੁੱਢਲੇ ਕਥਨ ਨੂੰ ਸਹੀ ਸਿੱਧ ਕਰਦੇ ਹਨ। ਪਤੀ ਪਤਨੀ ਦਾ ਝਗੜਾ ਕੋਈ ਹੋਵੇ, ਅਖੀਰਲੀ ਦਲੀਲ ਪਤਨੀ ਦੀ ਅਤੇ ਅੰਤਿਮ ਫੈਸਲਾ ਪਤੀ ਦਾ ਹੁੰਦਾ ਹੈ। ਕਈ ਵਾਰ ਪ੍ਰੇਮੀ ਲਈ ਪ੍ਰੇਮਿਕਾ ਦੇ ਦਿਲ ਵਿੱਚ ਤਾਂ ਥਾਂ ਹੁੰਦੀ ਹੈ, ਪਰ ਉਸ ਦੀਆਂ ਬਾਹਾਂ ਵਿੱਚ ਕੋਈ ਹੋਰ ਹੁੰਦਾ ਹੈ। ਹਰੇਕ ਰਾਜਸੀ ਆਗੂ ਉੱਭਰਦਾ ਆਪਣੇ ਸਮਰਥਕਾਂ ਦੇ ਸਿਰ ਤੇ ਹੈ, ਪਰ ਹਕੂਮਤ ਉਹ ਵਿਰੋਧੀਆਂ ਨੂੰ ਧਿਆਨ ਵਿੱਚ ਰੱਖ ਕੇ ਕਰਦਾ ਹੈ। ਅਦਿੱਖ ਕੀਤੀ ਮਿਹਨਤ ਨੂੰ ਸੋਚਣਾ ਕਹਿੰਦੇ ਹਨ। ਹੁਸਨ ਅਤੇ ਜਵਾਨੀ ਦੀ ਰਾਜਨੀਤੀ ਨੂੰ ਪਿਆਰ ਕਹਿੰਦੇ ਹਨ। ਵਿਆਹੀਆਂ ਕੁੜੀਆਂ ਨੂੰ ਪੇਕੇ ਘਰ ਆਉਣ ਲਈ ਪੁੱਛਣਾ ਨਹੀਂ ਪੈਂਦਾ ਅਤੇ ਉਹਨਾਂ ਦੇ ਆਉਣ ਤੇ ਪੇਕਿਆਂ ਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ। ਜਿਹੜੇ ਮਹੱਤਵਪੂਰਨ ਮਸਲੇ ਸਮਾਂ ਨਾ ਹੋਣ ਕਰਕੇ ਵੈਸੇ ਵਿਚਾਰੇ ਨਹੀਂ ਜਾਂਦੇ, ਉਹ ਬੇਵਕਤੇ ਜਾਗ ਪੈਂਦੇ ਹਨ। ਸੁਸਤ ਅਤੇ ਆਲਸੀ ਜਦੋਂ ਵੀ ਕਸਰਤ ਦੀ ਲੋੜ ਮਹਿਸੂਸ ਕਰਦੇ ਹਨ, ਉਹ ਬਿਸਤਰੇ ਤੇ ਲੰਮੇ ਪੈ ਜਾਂਦੇ ਹਨ ਅਤੇ ਉਦੋਂ ਤੱਕ ਲੇਟੇ ਰਹਿੰਦੇ ਹਨ ਜਦੋਂ ਤੱਕ ਕਸਰਤ ਦੇ ਵਿਚਾਰ ਤੋਂ ਖਹਿੜਾ ਨਹੀਂ ਛੁਡਾ ਲੈਂਦੇ। ਪੱਖਪਾਤ ਦਰਦ ਕਰਨ ਲੱਗ ਪੈਂਦੇ ਹਨ। ਸਾੜੇ ਈਰਖਾ ਨਾਲ ਸੋਚ ਸੁੱਜ ਜਾਂਦੀ ਹੈ। ਨਿੰਦਾ ਨਾਲ ਤਿਉੜੀਆਂ ਡੂੰਘੀਆਂ ਹੋ ਜਾਂਦੀਆਂ ਹਨ। ਇਹ ਰੋਗਾਂ ਦੇ ਨਾਂ ਹਨ। ਸੰਗੀਤ ਵਿੱਚ ਇੱਕ ਤਰਤੀਬ ਹੁੰਦੀ ਹੈ ਜਿਹੜੀ ਚੰਗੇ ਸਮਾਜ, ਚੰਗੇ ਜੀਵਨ ਅਤੇ ਚੰਗੇ ਸੰਸਾਰ ਦੀ ਆਸ ਜਗਾਉਂਦੀ ਹੈ। ਪਿਆਰ ਦੀ ਤਾਕਤ ਨੂੰ ਪਿਆਰ ਵਿੱਚ ਅਸਫਲ ਹੋਣ ਵਾਲੇ ਹੀ ਜਾਣਦੇ ਹਨ। ਇਨਕਲਾਬ ਵਰਤਮਾਨ ਹਾਕਮਾਂ ਨੂੰ ਗੱਦੀਓਂ ਲਾਹੁਣ ਤੱਕ ਹੀ ਦਿਲਚਸਪ ਹੁੰਦਾ ਹੈ। ਇਸ ਉਪਰੰਤ ਇਹ ਪਹਿਲੇ ਹਾਕਮਾਂ ਤੋਂ ਵੀ ਵਧੇਰੇ ਜ਼ਾਲਮ ਹੋ ਜਾਂਦਾ ਹੈ। ਦੁਖਾਂਤ ਨਾਟਕ, ਨਾਵਲ ਜਾਂ ਫਿਲਮ ਵਿੱਚ ਅਸੀਂ ਸ਼ਾਮਲ ਹੋ ਜਾਂਦੇ ਹਾਂ। ਸੁਖਾਂਤ ਫਿਲਮ ਨੂੰ ਅਸੀਂ ਵੇਖਦੇ ਹੀ ਹਾਂ। ਜੇ ਕੇਵਲ ਠੀਕ ਕੰਮ ਹੀ ਕਰਨਾ ਹੈ ਅਤੇ ਸਹੀ ਸਮੇਂ ਤੇ ਹੀ ਕਰਨਾ ਹੈ ਤਾਂ ਅਜਿਹੀ ਚੀਜ਼ ਨੂੰ ਕੰਧ ਵਾਲੀ ਘੜੀ ਕਹਿੰਦੇ ਹਨ। ਅੰਧ ਵਿਸ਼ਵਾਸ ਜਾਂ ਗਲਤ ਤਰਕ ਨਾਲ ਉਸਰੇ ਵਿਸ਼ਵਾਸ ਤਰਕ ਨਾਲ ਕੀਤੀਆਂ ਗਲਤੀਆਂ ਨਾਲੋਂ ਵਧੇਰੇ ਨੁਕਸਾਨ ਕਰਦੇ ਹਨ। ਧਰਮੀ ਲੋਕ ਅੰਧ ਵਿਸ਼ਵਾਸ ਦੀ ਉਵੇਂ ਹੀ ਰਾਖੀ ਕਰਦੇ ਹਨ ਜਿਵੇਂ ਸਮਾਜਵਾਦੀ ਮਾਰਕਸਵਾਦ ਦੀ ਅਤੇ ਪਰੰਪਰਾਵਾਦੀ ਮਰਿਆਦਾ ਦੀ ਕਰਦੇ ਹਨ। ਸਥਾਨ ਕੋਈ ਹੋਵੇ, ਸੰਸਥਾ ਕੋਈ ਹੋਵੇ, ਦੇਸ਼ ਕੋਈ ਹੋਵੇ, ਬਹੁ ਗਿਣਤੀ ਮੂਰਖਾਂ ਦੀ ਹੋਵੇਗੀ। ਬਹੁ ਗਿਣਤੀ ਸ਼ਬਦ ਬਣਿਆ ਹੀ ਮੂਰਖਾਂ ਲਈ ਹੈ। ਸਹੀ ਸਿਆਣੇ ਵਿਅਕਤੀ ਗਿਣਨ ਲਈ 2 ਹੱਥਾਂ ਦੀਆਂ ਉਂਗਲਾਂ ਹੀ ਕਾਫੀ ਹੁੰਦੀਆਂ ਹਨ। ਜੇ ਲੜਨ ਲਈ ਜਾ ਰਹੇ ਹੋ ਤਾਂ ਮਹਿੰਗੇ ਕੱਪੜੇ ਪਾ ਕੇ ਨਾ ਜਾਓ। ਕੱਪੜਿਆਂ ਨੂੰ ਬਚਾਉਂਦੇ ਬਚਾਉਂਦੇ ਆਪ ਕੁੱਟ ਖਾ ਲਵੋਗੇ। ਸਾਲ ਦੀ ਉਮਰ ਤੱਕ ਬੱਚਿਆਂ ਨੂੰ ਚੰਗਾ ਚੱਜ ਆਚਾਰ ਸਿਖਾਓ। ਜੇ 10 ਸਾਲ ਤੱਕ ਚੰਗਾ ਵਿਹਾਰ ਨਾ ਕਰਨ ਲੱਗਣ ਤਾਂ ਕੁਟਾਪਾ ਚਾੜੋ। ਕਈ ਵਾਰ ਇਹ ਕੁਟਾਪਾ ਬੱਚਿਆਂ ਨਾਲੋਂ ਵਧੇਰੇ ਮਾਪਿਆਂ ਨੂੰ ਚਾੜਨ ਦੀ ਲੋੜ ਹੁੰਦੀ ਹੈ। ਜਦੋਂ ਕਿਸੇ ਕੰਮ ਨੂੰ ਕਰਨ ਦੀ ਡਾਢੀ ਲੋੜ ਹੋਵੇ ਪਰ ਕੋਈ ਕਰਨ ਲਈ ਤਿਆਰ ਨਾ ਹੋਵੇ, ਅਜਿਹੀ ਹਾਲਤ ਨੂੰ ਮੌਕਾ ਕਹਿੰਦੇ ਹਨ। ਡਾਕਟਰ ਜਾਂ ਨਰਸ ਭਾਵੇਂ ਕਹੀ ਜਾਵੇ ਕਿ ਮਰੀਜ਼ ਦੀ ਹਾਲਤ ਚੰਗੀ ਹੈ, ਪਰ ਜੇ ਮਰੀਜ਼ ਨਹੀਂ ਕਹਿੰਦਾ ਕਿ ਮੇਰੀ ਹਾਲਤ ਚੰਗੀ ਹੈ, ਹਾਲਤ ਚੰਗੀ ਨਹੀਂ ਹੁੰਦੀ। ਆਸ ਕੁਝ ਵਾਪਰਨ ਦੀ ਹੁੰਦੀ ਹੈ, ਉਮੀਦ ਕੁਝ ਮਿਲਣ ਦੀ ਕੀਤੀ ਜਾਂਦੀ ਹੈ। ਚੰਗੀ ਸਿਹਤ ਉਹ ਹੁੰਦੀ ਹੈ ਜਿਹੜੀ ਆਪਣੇ ਯਤਨਾਂ ਸਦਕਾ ਹੋਵੇ ਅਤੇ ਜਿਸ ਵਿੱਚ ਵਿਟਾਮਿਨਾਂ, ਟੌਨਿਕਾਂ ਦਾ ਦਾਖਲ ਨਾ ਹੋਵੇ। ਤੁਹਾਡੇ ਕੋਲ ਕਿਸੇ ਦਾ ਸਮਾਂ ਬਰਬਾਦ ਕਰਨ ਦਾ ਵਕਤ ਨਹੀਂ ਹੋਣਾ ਚਾਹੀਦਾ। ਚੰਗੀ ਸਿਹਤ, ਚੰਗਾ ਘਰ, ਚੰਗੀ ਕਮਾਈ, ਚੰਗੀ ਖੁਰਾਕ ਅਮੀਰੀ ਦੇ ਨਾਂ ਹਨ। ਸੁਤੰਤਰਤਾ ਵਿੱਚ ਉਹ ਰੋਕਾਂ ਸ਼ਾਮਲ ਹੁੰਦੀਆਂ ਹਨ ਜਿਹੜੀਆਂ ਦੂਜਿਆਂ ਦੀ ਸੁਤੰਤਰਤਾ ਨਿਸ਼ਚਿਤ ਕਰਨ ਲਈ ਲਾਉਣੀਆਂ ਜ਼ਰੂਰੀ ਹੁੰਦੀਆਂ ਹਨ।
ਅਤੀਤ ਦਾ ਬਹੁਤਾ ਕੁਝ ਮੁੱਲਵਾਨ ਨਹੀਂ ਹੁੰਦਾ। ਜੋ ਮੁੱਲਵਾਨ ਹੁੰਦਾ ਹੈ ਉਹ ਵਰਤਮਾਨ ਵਿੱਚ ਪਹਿਲਾਂ ਹੀ ਦੁਹਰਾਇਆ ਜਾ ਰਿਹਾ ਹੁੰਦਾ ਹੈ। ਸਾਹਿਤ ਉਦੋਂ ਵੱਧਦਾ ਫੁੱਲਦਾ ਹੈ ਜਦੋਂ ਇਹ ਕਲਾ ਅਤੇ ਵਪਾਰ ਦੋਹਾਂ ਦਾ ਭਾਗ ਹੋਵੇ। ਸਾਹਿਤ ਰਚਿਆ ਜਾਵੇ ਅਤੇ ਖਰੀਦ ਕੇ ਪੜ੍ਹਿਆ ਜਾਵੇ। ਮਿਹਨਤ ਦੇ ਫਲ ਦਾ ਸਵਾਦ ਕਿਸੇ ਹੋਰ ਫਲ ਦੇ ਸਵਾਦ ਨਾਲ ਮੇਲ ਨਹੀਂ ਖਾਂਦਾ। ਜਿਹੜੇ ਫਿਲਮਸਾਜ਼ ਜਨਤਾ ਦੀ ਨਬਜ਼ ਨਹੀਂ ਜਾਣਦੇ, ਦਰਸ਼ਕ ਉਹਨਾਂ ਦੀਆਂ ਫਿਲਮਾਂ ਦੀ ਬਾਂਹ ਨਹੀਂ ਫੜਦੇ। ਜੇ ਜਲਦੀ ਸੌਣ ਦੀ ਆਦਤ ਹੈ ਤਾਂ ਪੈਰਿਸ, ਨਿਊਯਾਰਕ, ਲੰਦਨ ਤੁਹਾਡੇ ਲਈ ਨਹੀਂ ਹਨ। ਤੁਹਾਡੇ ਲਈ ਬਨਾਰਸ, ਹਰਿਦੁਆਰ ਅਤੇ ਰਿਸ਼ੀਕੇਸ਼ ਹਨ। ਕਈਆਂ ਨੂੰ ਆਪਣੇ ਮਹਾਨ ਹੋਣ ਦਾ ਭੁਲੇਖਾ ਹੁੰਦਾ ਹੈ, ਕਈਆਂ ਨੂੰ ਆਪਣੇ ਨਿਗੁਣੇਪਣ ਦਾ ਤੌਖਲਾ ਹੁੰਦਾ ਹੈ। ਇਹ ਦੋਵੇਂ ਭਰਮ ਹਨ। ਇਹਨਾਂ ਤੋਂ ਖਹਿੜਾ ਛੁਡਾਉਣਾ ਸੌਖਾ ਨਹੀਂ ਹੁੰਦਾ, ਪਰ ਖਹਿੜਾ ਛੁਡਾਉਣਾ ਜ਼ਰੂਰੀ ਹੁੰਦਾ ਹੈ। ਜਦੋਂ ਕੋਈ ਕਹੇ ਤੁਸੀਂ ਤਾਂ ਜਵਾਨ ਲੱਗਦੇ ਹੋ, ਤਾਂ ਯਾਦ ਰੱਖੋ ਕਿ ਇਸ਼ਾਰਾ ਤੁਹਾਡੇ ਬੁਢਾਪੇ ਵੱਲ ਕੀਤਾ ਜਾ ਰਿਹਾ ਹੁੰਦਾ ਹੈ। ਸੋਹਣੀ ਇਸਤਰੀ ਦਾ ਸਾਰਾ ਜੀਵਨ ਮੁਹੱਬਤਾਂ ਦਾ ਇਤਿਹਾਸ ਹੁੰਦਾ ਹੈ। ਉਸਨੇ ਕਈਆਂ ਦੇ ਦਿਲ ਤੋੜੇ ਅਤੇ ਕਈਆਂ ਦੀ ਕਿਸਮਤ ਚਮਕਾਈ ਹੁੰਦੀ ਹੈ। ਪਰਿਵਰਤਨ ਵਿੱਚ ਚੰਗੇ ਨੂੰ ਮਾੜਾ ਅਤੇ ਮਾੜੇ ਨੂੰ ਚੰਗਾ, ਉੱਚੇ ਨੂੰ ਨੀਵਾਂ ਅਤੇ ਨੀਵੇਂ ਨੂੰ ਉੱਚਾ ਕਰਨ ਦੀ ਪ੍ਰਵਿਰਤੀ ਹੁੰਦੀ ਹੈ, ਜਿਸ ਨਾਲ ਜੀਵਨ ਵਿੱਚ ਮੇਲੇ ਦੇ ਉੱਪਰ ਥੱਲੇ ਜਾਣ ਵਾਲੇ ਝੂਟੇ ਵਾਂਗ ਰੌਣਕ ਲੱਗੀ ਰਹਿੰਦੀ ਹੈ। ਜਿਸ ਨਾਲ ਸਾਂਝ ਵਧਾਉਣੀ ਚਾਹੁੰਦੇ ਹੋ, ਉਸ ਨਾਲ ਕੁਝ ਖਾਓ, ਉਸ ਨੂੰ ਕੁਝ ਖਵਾਓ, ਉਸ ਨੂੰ ਖਾਣ ਵਾਲਾ ਕੁਝ ਦਿਓ, ਉਸ ਨੂੰ ਖਾਣੇ 'ਤੇ ਬੁਲਾਓ। ਖਾਣ ਨਾਲ ਸਾਂਝ ਵੱਧਦੀ ਹੈ, ਵਿੱਥ ਮੁੱਕਦੀ ਹੈ। ਅਸੀਂ ਉਸ ਦੇ ਕੋਲ ਹੁੰਦੇ ਹਾਂ, ਉਹ ਸਾਡੇ ਨੇੜੇ ਹੁੰਦਾ ਹੈ। ਕੰਪਨੀ ਦਾ ਵਪਾਰ ਘਟਣ ਦੀ ਸੂਰਤ ਵਿੱਚ ਜੇ ਅੱਧੇ ਕਰਮਚਾਰੀ ਇਹ ਕਹਿ ਕੇ ਹਟਾਏ ਜਾਣ ਕਿ ਜੇ ਵਪਾਰ ਬਹਾਲ ਹੋ ਗਿਆ ਤਾਂ ਉਹਨਾਂ ਨੂੰ ਮੁੜ ਰੱਖ ਲਿਆ ਜਾਵੇਗਾ, ਤਾਂ ਜਦੋਂ ਕੰਮ ਦੁਬਾਰਾ ਚੱਲਣ ਸਮੇਂ ਪੁਰਾਣੇ ਕਰਮਚਾਰੀ ਮੁੜ ਰੱਖੋਗੇ ਤਾਂ ਚੰਗੇ ਕਰਮਚਾਰੀ ਨਹੀਂ ਮੁੜਨਗੇ, ਨਿਕੰਮੇ ਹੀ ਮੁੜਨਗੇ। ਜੇ ਪਤੀ ਪਤਨੀ ਵਿਚਕਾਰ ਲੰਮੀ ਅਣਬਣ ਹੋਵੇ ਤਾਂ ਕਾਰਨ ਅਕਸਰ ਪਤੀ ਦੀ ਮੂਰਖਤਾ ਅਤੇ ਪਤਨੀ ਦੀ ਜਿੱਦ ਵਿੱਚ ਹੁੰਦਾ ਹੈ। ਜਦੋਂ ਗਰੀਬ ਵਿਅਕਤੀ ਬੇਰੁਜ਼ਗਾਰ ਹੋਵੇ ਤਾਂ ਉਸਨੂੰ ਆਲਸੀ ਅਤੇ ਕੰਮਚੋਰ ਕਿਹਾ ਜਾਂਦਾ ਹੈ। ਜਦੋਂ ਕੋਈ ਸਰਦਾ ਪੁੱਜਦਾ ਵਿਅਕਤੀ ਬੇਰੁਜ਼ਗਾਰ ਹੋਵੇ ਤਾਂ ਉਸਨੂੰ ਆਰਥਿਕ ਮੰਦਵਾੜੇ ਦਾ ਸ਼ਿਕਾਰ ਦੱਸਿਆ ਜਾਂਦਾ ਹੈ। ਕੋਈ ਝੂਠ ਅਮਰ ਨਹੀਂ ਹੋ ਸਕਦਾ, ਕੋਈ ਗੁਲਾਮੀ ਸਦਾ ਨਹੀਂ ਰਹਿ ਸਕਦੀ, ਕੋਈ ਪਖੰਡ ਹਮੇਸ਼ਾ ਨਹੀਂ ਚੱਲ ਸਕਦਾ। ਕਾਨੂੰਨ ਦਾ ਮਹੱਤਵਪੂਰਨ ਭਾਗ ਹੁਕਮ ਨਹੀਂ, ਜੇਲ੍ਹ ਹੁੰਦਾ ਹੈ। ਥਕਾਵਟ ਵਿੱਚੋਂ ਗਲਤ ਫੈਸਲੇ ਹੀ ਨਿਕਲਦੇ ਹਨ ਅਤੇ ਇਹ ਫੈਸਲੇ ਹਰ ਕਿਸੇ ਨੂੰ ਬਹੁਤ ਥਕਾ ਦਿੰਦੇ ਹਨ। ਜੇ ਸੰਤੁਸ਼ਟ ਦਿਸਣ ਦੀ ਮੂਰਖਤਾ ਕਰ ਲਈ ਹੈ ਤਾਂ ਇਸ ਨੂੰ ਪ੍ਰਗਟਾਓ ਨਾ। ਦੂਜੇ ਤੁਹਾਨੂੰ ਜਿਉਣ ਨਹੀਂ ਦੇਣਗੇ, ਕਿਉਂਕਿ ਇਹ ਸੰਸਾਰ ਸੰਤੁਸ਼ਟ ਵਿਅਕਤੀਆਂ ਲਈ ਬਣਿਆ ਹੀ ਨਹੀਂ। ਭਾਰਤ ਦੇ ਉਦਯੋਗਪਤੀ ਆਦਤਵਸ ਭਾਂਤ-ਭਾਂਤ ਦੇ ਸੰਕਟਾਂ, ਮੁਸ਼ਕਿਲਾਂ ਅਤੇ ਮੰਦੇ ਦੀਆਂ ਸਮੱਸਿਆਵਾਂ ਦੀ ਦੁਹਾਈ ਦਿੰਦੇ ਰਹਿੰਦੇ ਹਨ, ਪਰ ਉਹਨਾਂ ਦੀ ਦੌਲਤ ਹਰ 2 ਸਾਲਾਂ ਵਿੱਚ ਦੁੱਗਣੀ ਹੁੰਦੀ ਰਹਿੰਦੀ ਹੈ। ਗਰੀਬੀ ਪੁਰਸ਼ਾਂ ਨੂੰ ਵਧੇਰੇ ਪਰੇਸ਼ਾਨ ਕਰਦੀ ਹੈ, ਪਰ ਇਸ ਦੀਆਂ ਸ਼ਿਕਾਰ ਵਧੇਰੇ ਇਸਤਰੀਆਂ ਹੁੰਦੀਆਂ ਹਨ। ਸ਼ਰਾਬੀ ਦੂਜਿਆਂ ਨੂੰ ਜਾਮ ਪੇਸ਼ ਕਰਦੇ ਕਰਦੇ ਜਸ਼ਨਾਂ ਵਿੱਚ ਹੀ ਆਪਣੀ ਸਿਹਤ ਵਿਗਾੜ ਲੈਂਦੇ ਹਨ। ਸ਼ੁਕਰ ਹੈ ਇੰਗਲੈਂਡ ਅਤੇ ਫਰਾਂਸ ਵਿਚਕਾਰ ਸਮੁੰਦਰ ਹੈ, ਨਹੀਂ ਤਾਂ ਇਹਨਾਂ ਨੇ ਭਾਰਤ ਪਾਕਿਸਤਾਨ ਵਾਂਗ ਨਿਰੰਤਰ ਉਲਝੇ ਰਹਿਣਾ ਸੀ। ਜੇ ਸ਼ਰਧਾ ਦਿਲ ਵਿੱਚ ਨਹੀਂ ਤਾਂ ਕੁਝ ਝੁਕ ਝੁਕ ਕੇ ਮੱਥਾ ਟੇਕਣ ਵਾਲੇ ਗੋਡਿਆਂ ਅਤੇ ਮੋਢਿਆਂ ਵਿੱਚ ਵੀ ਨਹੀਂ ਹੋਵੇਗੀ। ਇਸਤਰੀਆਂ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਂਦੀਆਂ ਆਜ਼ਾਦੀ ਦਿਵਸ ਵਾਂਗ ਹਨ, ਪਰ ਰਸਮਾਂ ਗੁਲਾਮੀ ਨਿਭਾਉਣ ਵਾਲੀਆਂ ਕਰਦੀਆਂ ਹਨ। ਅਮਰੀਕਾ ਦੀ ਕੁਮਾਰੀ ਧਰਤੀ ਇਤਨੀ ਉਪਜਾਊ ਸੀ ਕਿ ਕਿਸਾਨ ਹਲ ਨਹੀਂ ਸੀ ਵਾਹੁੰਦੇ, ਜ਼ਮੀਨ ਦੀਆਂ ਕੁਤਕੁਤਾੜੀਆਂ ਕਰਦੇ ਸਨ ਅਤੇ ਭਰਪੂਰ ਫਸਲ ਹਸਣ ਲੱਗ ਜਾਂਦੀ ਸੀ। ਹਰ ਕਿਸੇ ਦੇ ਜੀਵਨ ਵਿੱਚ ਕੁਝ ਛੁਪੇ ਹੋਏ ਪਛਤਾਵੇ ਅਤੇ ਕੁਝ ਲੁਕੀਆਂ ਹੋਈਆਂ ਖੁਸ਼ੀਆਂ ਹੁੰਦੀਆਂ ਹਨ। ਨਵੇਂ ਦੇ ਵਾਪਰਨ ਲਈ ਜ਼ਰੂਰੀ ਹੈ ਕਿ ਉਸ ਲਈ ਵਾਤਾਵਰਣ ਸੁਆਗਤੀ ਹੋਵੇ। ਗਿਆਨ ਕਦਮ ਕਦਮ ਵੱਧਦਾ ਹੈ, ਛੜੱਪੇ ਨਹੀਂ ਮਾਰਦਾ।
ਹਵਾਈ ਜਹਾਜ਼ ਦੇ ਪਾਇਲਟ ਨੂੰ ਸੰਕਟ ਵਿੱਚ ਝਟਪਟ ਫੈਸਲੇ ਲੈਣੇ ਪੈਂਦੇ ਹਨ, ਨਹੀਂ ਤਾਂ ਫੈਸਲੇ ਕਰਨ ਦਾ ਵਕਤ ਹੀ ਨਹੀਂ ਮਿਲਦਾ। ਕਵਿਤਾ ਵਿੱਚ ਸਲੀਕਾ ਪ੍ਰਗਟ ਹੁੰਦਾ ਹੈ, ਨਾਵਲ ਵਿੱਚ ਸੱਭਿਆਚਾਰ। ਹੌਲੀ ਚੱਲੋਗੇ, ਵਕਤ ਅੱਗੇ ਦੌੜੇਗਾ ਅਤੇ ਪਿਛਲੇ ਅੱਗੇ ਲੰਘ ਜਾਣਗੇ। ਜੇ ਕਵਿਤਾ ਨਿਗਰ ਰਹੀ ਹੋਵੇ ਤਾਂ ਸਪਸ਼ਟ ਹੈ ਕਿ ਸਮਾਜ ਵਿੱਚ ਬੇਈਮਾਨੀ, ਝੂਠ ਅਤੇ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਤਾਜ਼ੀ ਹਵਾ ਲਈ ਮਨੁੱਖ ਘਰੋਂ ਬਾਹਰ ਜਾਂਦਾ ਹੈ, ਨਵੇਂ ਅਨੁਭਵਾਂ ਲਈ ਪਿੰਡੋਂ ਬਾਹਰ ਜਾਂਦਾ ਹੈ, ਚੰਗੇ ਰੁਜ਼ਗਾਰ ਲਈ ਸੂਬੇ ਤੋਂ ਬਾਹਰ ਜਾਂਦਾ ਹੈ, ਵੱਡੀ ਸਫਲਤਾ ਲਈ ਦੇਸ਼ੋਂ ਬਾਹਰ ਜਾਂਦਾ ਹੈ। ਬਾਹਰ ਜਾਣਾ ਅਕਸਰ ਲਾਹੇਵੰਦ ਹੁੰਦਾ ਹੈ। ਖੇਡਾਂ ਵਿੱਚ ਦਰਸ਼ਕਾਂ ਲਈ ਮਨੋਰੰਜਨ ਇਸ ਗੱਲ ਦਾ ਹੁੰਦਾ ਹੈ ਕਿ ਦੋਵੇਂ ਧਿਰਾਂ ਬਰਾਬਰ ਹੁੰਦੀਆਂ ਹਨ। ਮੁਕਾਬਲਾ ਸਖਤ ਹੁੰਦਾ ਹੈ, ਖੇਡ ਦਾ ਅਰਸਾ ਥੋੜ੍ਹਾ ਹੁੰਦਾ ਹੈ ਅਤੇ ਅੰਤ ਵਿੱਚ ਜਿੱਤ ਹਾਰ ਸਪਸ਼ਟ ਹੁੰਦੀ ਹੈ। ਜਿੱਤ ਦਾ ਕੋਈ ਬਦਲ ਨਹੀਂ ਹੁੰਦਾ, ਜਿੱਤ ਜਿੱਤ ਹੁੰਦੀ ਹੈ। ਹਾਰ ਦਾ ਵੀ ਕੋਈ ਬਦਲ ਨਹੀਂ ਹੁੰਦਾ, ਹਾਰ ਹਾਰ ਹੁੰਦੀ ਹੈ। ਮਨੁੱਖ ਸੁਭਾਅ ਵਜੋਂ ਬੇਸਬਰਾ ਹੈ, ਉਡੀਕਣਾ ਇਸ ਦਾ ਸੁਭਾਅ ਨਹੀਂ ਹੈ। ਬੇਸਬਰੇਪਣ ਕਾਰਨ ਸਮੱਸਿਆਵਾਂ ਉਪਜਦੀਆਂ ਹਨ। ਉਡੀਕ ਅਤੇ ਸਬਰ ਨਾ ਕਰਨ ਕਾਰਨ ਇਹ ਅਕਸਰ ਸੁਲਝਦੀਆਂ ਨਹੀਂ। ਜੇ ਕਿਸੇ ਸਰਕਾਰ ਤੋਂ ਵਿਦੇਸ਼ੀ ਜਾਂ ਗਵਾਂਢੀ ਦੇਸ਼ ਨਹੀਂ ਡਰਦੇ ਤਾਂ ਉਸ ਸਰਕਾਰ ਤੋਂ ਦੇਸ਼ ਵਾਸੀ ਵੀ ਨਹੀਂ ਡਰਨਗੇ। ਜੇ ਤੁਹਾਡੀਆਂ ਮਿਹਰਬਾਨੀਆਂ ਪ੍ਰਤੀ ਕੋਈ ਅਕ੍ਰਿਤ ਘਣ ਹੁੰਦਾ ਹੈ ਤਾਂ ਬਹੁਤਾ ਬੁਰਾ ਮਨਾਉਣ ਦੀ ਲੋੜ ਨਹੀਂ। ਵੇਖੋ ਉਹ ਡਿੱਗਿਆ ਕਿਸ ਪੱਧਰ ਤੇ ਹੈ। ਵਿਦਵਾਨ ਸਿਆਣੀ ਕਿਸਮ ਦੇ ਆਲਸੀ ਹੁੰਦੇ ਹਨ। ਜੇ ਕੁੱਤਾ ਬਦਲੋਗੇ, ਨਵਾਂ ਅਨੁਭਵ ਹੋਵੇਗਾ ਤੁਹਾਨੂੰ ਵੀ ਅਤੇ ਕੁੱਤੇ ਨੂੰ ਵੀ। ਸਿਆਣੇ ਬੰਦੇ ਨਾਲ ਮੁਲਾਕਾਤ ਪਰਿਵਰਤਨ ਦਾ ਰਾਹ ਖੋਲ੍ਹਦੀ ਹੈ। ਕਵਿਤਾ ਵਿੱਚ ਗੱਲਾਂ ਅਸਿੱਧੇ ਢੰਗ ਨਾਲ ਕੀਤੀਆਂ ਜਾਂਦੀਆਂ ਹਨ। ਸਿੱਧਾ ਅਤੇ ਸਪਸ਼ਟ ਢੰਗ ਕਵਿਤਾ ਦਾ ਔਗੁਣ ਅਤੇ ਵਾਰਤਕ ਦਾ ਗੁਣ ਹੁੰਦਾ ਹੈ। ਕਿਸੇ ਦੇਸ਼ ਵਿੱਚ ਜੋ ਹਾਲ ਘੱਟ ਗਿਣਤੀਆਂ ਦਾ ਹੁੰਦਾ ਹੈ, ਉਸ ਦੇਸ਼ ਵਿੱਚ ਉਹੀ ਹਾਲ ਪੁਰਸ਼ ਔਰਤਾਂ ਦਾ ਕਰਦੇ ਹਨ, ਕਿਉਂਕਿ ਔਰਤਾਂ ਘੱਟ ਗਿਣਤੀਆਂ ਵਿੱਚ ਘੱਟ ਗਿਣਤੀ ਹੁੰਦੀਆਂ ਹਨ। ਭਾਵੇਂ ਇਸਤਰੀ ਸੰਭੋਗ ਨੂੰ ਮਾਣੇ, ਪਰ ਭਾਰਤ ਵਿੱਚ ਇਸਤਰੀ ਦਾ ਇਹ ਮੰਨਣਾ ਉਸ ਦੇ ਸ਼ਰੀਫ ਅਤੇ ਸਾਊ ਹੋਣ ਦਾ ਪ੍ਰਭਾਵ ਨਹੀਂ ਦਿੰਦਾ, ਕਿਉਂਕਿ ਧਰਮ ਦੇ ਪ੍ਰਭਾਵ ਅਧੀਨ ਕਾਮ ਭ੍ਰਿਸ਼ਟ ਕਰਨ ਵਾਲੀ ਪ੍ਰਵਿਰਤੀ ਕਹੀ ਜਾਂਦੀ ਹੈ। ਜੇ ਕੋਈ ਵਿਅਕਤੀ ਆਪਣੇ ਜੀਵਨ ਦੌਰਾਨ ਆਪਣੀਆਂ ਪੜ੍ਹੀਆਂ ਪੁਸਤਕਾਂ ਦੀ ਸੂਚੀ ਲਿਖ ਦੇਵੇ, ਉਸਨੂੰ ਸਵੈ ਜੀਵਨੀ ਲਿਖਣ ਦੀ ਲੋੜ ਨਹੀਂ ਪਏਗੀ। ਜਿਹੜੇ ਗੁਲਾਬ ਹੁੰਦੇ ਹਨ, ਉਹਨਾਂ ਦੀ ਉਮਰ ਵੀ ਗੁਲਾਬ ਜਿਤਨੀ ਹੁੰਦੀ ਹੈ। ਕਿਸੇ ਦੀ ਯਾਦ ਵਿੱਚ ਰੋਈ ਜਾਣਾ ਅਨਪੜ੍ਹਤਾ ਦਾ ਪ੍ਰਗਟਾਵਾ ਹੁੰਦਾ ਹੈ। ਹੌਂਕੇ ਲੈਣ ਵਿੱਚ ਸਲੀਕਾ ਅਤੇ ਯਾਦ ਕਰਨ ਵਿੱਚ ਸਿਆਣਪ ਹੁੰਦੀ ਹੈ। ਚੰਗੀ ਫਿਲਮ ਉਹ ਹੁੰਦੀ ਹੈ ਜਿਸ ਵਿੱਚ ਵਾਰਤਾਲਾਪ ਦੀ ਲੋੜ ਹੀ ਨਾ ਪਏ, ਪਰ ਅਜਿਹੀ ਫਿਲਮ ਬਣਾਉਣੀ ਬੜੀ ਮੁਸ਼ਕਿਲ ਹੁੰਦੀ ਹੈ। ਸਾਨੂੰ ਉਹ ਫਿਲਮ ਚੰਗੀ ਲੱਗਦੀ ਹੈ ਜਿਹੜੀ ਸਾਡੇ ਸੁਪਨਿਆਂ ਨੂੰ ਵਿਖਾਵੇ। ਹੁਣ ਜੋ ਅਮਰੀਕਾ ਵਿੱਚ ਹੁੰਦਾ ਹੈ, ਉਹ ਸਾਰੇ ਸੰਸਾਰ ਵਿੱਚ ਹੋਣ ਲੱਗ ਪੈਂਦਾ ਹੈ। ਇਹ ਨੇਮ ਚੰਗੀਆਂ ਚੀਜ਼ਾਂ ਦੇ ਮੁਕਾਬਲੇ ਭੈੜੀਆਂ ਗੱਲਾਂ 'ਤੇ ਵਧੇਰੇ ਲਾਗੂ ਹੁੰਦਾ ਹੈ। ਕੋਈ ਇੱਕ ਹੱਦ ਤੱਕ ਹੀ ਡਰਪੋਕ ਹੁੰਦਾ ਹੈ, ਉਸ ਮਗਰੋਂ ਉਹ ਹਿੰਸਕ ਹੋ ਜਾਂਦਾ ਹੈ। ਜਾਤ ਪਾਤੀ ਸਮਾਜ ਵਿੱਚ ਹਰ ਕੋਈ ਆਪਣੀ ਜਾਤ ਦੇ ਚੌਖਟੇ ਸੰਸਿਆਂ ਅਤੇ ਸੁਪਨਿਆਂ ਅਨੁਸਾਰ ਜਿਉਂਦਾ ਹੈ। ਜਮਾਤੀ ਸਮਾਜ ਸਾਂਝਾ ਸਮਾਜ ਨਹੀਂ ਹੁੰਦਾ, ਵੰਡਿਆ ਹੋਇਆ ਵਿਰੋਧਾਂ ਵਾਲਾ ਸਮਾਜ ਹੁੰਦਾ ਹੈ। ਦੋਵੇਂ ਸਥਿਤੀਆਂ ਵਿੱਚ ਆਪਣੀ ਆਪਣੀ ਕਿਸਮ ਦੇ ਦੋਸ਼ ਅਤੇ ਸੀਮਾਵਾਂ ਹਨ। ਅਸਲੀ ਗਿਆਨ ਅਨੁਭਵ ਵਿੱਚੋਂ ਸਿੱਧਾ ਉਪਜਦਾ ਹੈ। ਇੱਕ ਅੱਧਾ ਅਨੁਭਵ ਨਹੀਂ, ਨਿਰੰਤਰ ਅਨੁਭਵ, ਲੰਮੀ ਜੱਦੋ-ਜਹਿਦ ਦਾ ਅਨੁਭਵ। ਚੰਗਾ ਮਾੜਾ ਕੋਈ ਵੀ ਵਰਤਾਰਾ ਸਦੀਵੀ ਨਹੀਂ ਹੁੰਦਾ। ਰਾਜਨੀਤਿਕ ਵਿਰੋਧੀ ਨੂੰ ਨਫ਼ਰਤ ਛੁਪਾ ਕੇ ਕੀਤੀ ਜਾਂਦੀ ਹੈ, ਸਤਿਕਾਰ ਵਿਖਾ ਕੇ ਕੀਤਾ ਜਾਂਦਾ ਹੈ। ਪਹਿਲਾ ਢੰਗ ਨੀਤੀ ਹੈ, ਦੂਜਾ ਢੰਗ ਪੈਂਤੜਾ ਹੁੰਦਾ ਹੈ। ਪ੍ਰੇਮੀ ਅਤੇ ਪ੍ਰੇਮਿਕਾ ਦੀਆਂ ਸਮੱਸਿਆਵਾਂ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ। ਹਾਰਿਆਂ ਦੀ ਦੌਲਤ ਉੱਤੇ ਜੇਤੂਆਂ ਦਾ ਹੀ ਅਧਿਕਾਰ ਹੋ ਸਕਦਾ ਹੈ। ਗੁਰੀਲਾ ਯੁੱਧ ਕਲਾ ਦੁਸ਼ਮਣ ਅੱਗੇ ਵੱਧਦਾ ਹੈ, ਅਸੀਂ ਪਿੱਛੇ ਹਟਦੇ ਹਾਂ, ਲੁਕ ਜਾਂਦੇ ਹਾਂ। ਦੁਸ਼ਮਣ ਥੱਕ ਕੇ ਆਰਾਮ ਕਰਦਾ ਹੈ, ਅਸੀਂ ਪਰੇਸ਼ਾਨ ਕਰਦੇ ਹਾਂ। ਦੁਸ਼ਮਣ ਪਿੱਛੇ ਹਟਦਾ ਹੈ, ਅਸੀਂ ਪਿੱਛਾ ਕਰਦੇ ਹਾਂ।
ਅਫਸਰਸ਼ਾਹੀ ਘਟਾਈ ਨਹੀਂ ਜਾ ਸਕਦੀ, ਵਧਾਈ ਹੀ ਜਾ ਸਕਦੀ ਹੈ। ਹਰੇਕ ਅਧਿਕਾਰੀ ਹੋਰ ਅਮਲੇ ਦੀ ਮੰਗ ਕਰਦਾ ਹੈ। ਉਹ ਕੰਮ ਘਟਾਉਣ ਲਈ ਨਹੀਂ ਕਹੇਗਾ, ਅਮਲਾ ਵਧਾਉਣ ਲਈ ਕਹੇਗਾ। ਕੇਵਲ ਚਾਹੁਣ ਨਾਲ ਆਸ਼ਾਵਾਦੀ ਨਹੀਂ ਬਣਿਆ ਜਾ ਸਕਦਾ। ਨਿਰਾਸ਼ਾਵਾਦੀ ਬਣਨਾ ਕਿਸੇ ਦਾ ਉਦੇਸ਼ ਨਹੀਂ ਹੁੰਦਾ। ਜੀਵਨ ਦੇ ਭਾਂਤ-ਭਾਂਤ ਅਨੁਭਵ ਮਨੁੱਖ ਨੂੰ ਆਸ਼ਾਵਾਦੀ, ਨਿਰਾਸ਼ਾਵਾਦੀ ਬਣਾਉਂਦੇ ਹਨ। ਮੈਂ ਅਮੀਰ ਹੋ ਗਿਆ ਹਾਂ, ਸਭ ਥਾਵਾਂ 'ਤੇ ਮੇਰਾ ਸਵਾਗਤ ਹੁੰਦਾ ਹੈ, ਪਰ ਮੈਂ ਸੰਤੁਸ਼ਟ ਨਹੀਂ ਹਾਂ। ਜਦੋਂ ਅਮੀਰ ਨਹੀਂ ਸਾਂ ਤਾਂ ਮੈਂ ਚੰਗਾ ਇਨਸਾਨ ਸਾਂ, ਸਭ ਦੀ ਅਣਗਹਿਲੀ ਦਾ ਸ਼ਿਕਾਰ ਸਾਂ, ਪਰ ਬੜਾ ਸੁਤੰਤਰ ਸਾਂ, ਪ੍ਰਸੰਨ ਸਾਂ। ਅਮੀਰੀ ਅਤੇ ਗਰੀਬੀ ਦੇ ਵੱਡੇ ਪਾੜੇ ਕਾਰਨ ਕੋਈ ਵੀ ਪ੍ਰਸੰਨ ਅਤੇ ਸ਼ਾਂਤ ਨਹੀਂ ਹੈ। ਸਵੀਡਨ, ਨਾਰਵੇ, ਨਿਊਜ਼ੀਲੈਂਡ ਅਤੇ ਭਾਰਤ ਵਿਚਲੇ ਲੇਹ ਲਦਾਖ ਆਦਿ ਵਿੱਚ ਪਾੜਾ ਨਾ ਹੋਣ ਕਾਰਨ ਜੀਵਨ ਦੀ ਤਸੱਲੀ ਵਧੇਰੇ ਹੈ। ਅਜੋਕੇ ਸੰਸਾਰ ਵਿੱਚ ਰਫ਼ਤਾਰ ਦੀ ਮਹਿਮਾ ਹੈ। ਹੌਲੀ ਹੋਣਾ ਵਿਕਲਾਂਗਤਾ ਬਣ ਗਿਆ ਹੈ। ਪਿੱਛੇ ਰਹਿ ਗਏ ਕਿਸੇ ਨੂੰ ਦਿਸਦੇ ਹੀ ਨਹੀਂ, ਕੋਈ ਵੇਖਦਾ ਹੀ ਨਹੀਂ। ਜੇ ਇੱਕ ਦੂਜੇ ਨੂੰ ਪਿਆਰ ਨਾ ਕਰਨ ਵਾਲਿਆਂ ਦਾ ਵਿਆਹ ਹੋ ਜਾਵੇ ਤਾਂ ਉਹ ਦੋਵੇਂ ਉਹਨਾਂ ਨੂੰ ਪਿਆਰ ਕਰਨ ਲੱਗ ਜਾਣਗੇ ਜਿਨ੍ਹਾਂ ਨਾਲ ਵਿਆਹ ਨਹੀਂ ਹੋਇਆ ਹੋਵੇਗਾ। ਆਜ਼ਾਦੀ ਦਾ ਸੰਸਾਰ ਦੀ ਅੱਧੀ ਆਬਾਦੀ ਲਈ ਕੋਈ ਅਰਥ ਨਹੀਂ, ਬਾਕੀ ਅੱਧੀ ਆਬਾਦੀ ਇਸ ਦੀ ਦੁਰਵਰਤੋਂ ਕਰਦੀ ਹੈ। ਜਲਦੀ ਵਿਆਹ ਕਰਵਾਉਣ ਵਾਲੇ ਅਤੇ ਪਿਆਰ ਵਿਆਹ ਕਰਨ ਵਾਲੇ ਬੜੀ ਜਲਦੀ ਜਾਣ ਜਾਂਦੇ ਹਨ ਕਿ ਜ਼ਿੰਦਗੀ ਬੜਾ ਗੰਭੀਰ ਮਸਲਾ ਹੈ। ਫਿਲਮਾਂ ਦੇ ਹਰਮਨ ਪਿਆਰਾ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਫਿਲਮ ਸਾਰੀਆਂ ਕਲਾਵਾਂ ਦਾ ਮਿਸ਼ਰਣ ਹੈ, ਜਿਸ ਵਿੱਚ ਗੀਤ, ਸੰਗੀਤ, ਨ੍ਰਿਤ, ਚਿੱਤਰਕਾਰੀ, ਭਵਨ ਨਿਰਮਾਣ, ਸੈਰ ਸਪਾਟਾ, ਫੈਸ਼ਨ, ਫੋਟੋਗ੍ਰਾਫੀ ਆਦਿ ਸਭ ਦਾ ਭਰਪੂਰ ਪ੍ਰਗਟਾਵਾ ਹੋਣ ਕਾਰਨ ਇਹ ਸਭ ਤੋਂ ਵੱਡਾ ਮਨੋਰੰਜਨ ਹੈ। ਮੁਸਕਰਾਹਟ ਨੂੰ ਤਿਉੜੀ ਬਣਨ ਵਿੱਚ ਦੇਰ ਨਹੀਂ ਲੱਗਦੀ। ਨਕਲੀ ਸਵੈ ਵਿਸ਼ਵਾਸ ਦਾ ਪ੍ਰਗਟਾਵਾ ਸੰਭਵ ਨਹੀਂ ਹੁੰਦਾ। ਪਰੇਸ਼ਾਨੀ ਛੁਪਾਈ ਨਹੀਂ ਜਾ ਸਕਦੀ, ਨਫ਼ਰਤ ਲੁਕਾਈ ਨਹੀਂ ਜਾ ਸਕਦੀ। ਚਿੱਤਰਕਾਰ ਲਈ ਸਭ ਤੋਂ ਮੁਸ਼ਕਲ ਕਾਰਜ ਸੁੰਦਰ ਚਿਹਰਾ ਚਿੱਤਰਨਾ ਹੁੰਦਾ ਹੈ, ਕਿਉਂਕਿ ਇਸ ਨੂੰ ਚਿੱਤਰਨ ਤੋਂ ਪਹਿਲਾਂ ਚਿੱਤਰਕਾਰ ਨੂੰ ਆਪਣੀ ਸੋਚ ਅਤੇ ਕਲਪਨਾ ਵਿਚਲੇ ਸਾਰੇ ਸੋਹਣੇ ਚਿਹਰੇ ਤਿਆਗਣੇ ਅਤੇ ਭੁੱਲਣੇ ਪੈਂਦੇ ਹਨ। ਅਮਰੀਕਾ ਦੀ ਤਰੱਕੀ ਦੇ ਅਨੇਕਾਂ ਕਾਰਨ ਦੱਸੇ ਜਾਂਦੇ ਹਨ, ਪਰ ਪ੍ਰਗਟਾਵੇ ਦੀ ਆਜ਼ਾਦੀ ਸਭ ਤੋਂ ਵੱਡਾ ਕਾਰਨ ਸਾਬਤ ਹੋਈ ਹੈ। ਬਾਕੀ ਸਾਰੀਆਂ ਯੋਗਤਾਵਾਂ ਅਤੇ ਆਜ਼ਾਦੀਆਂ ਇਸ ਦੇ ਅਧੀਨ ਕਾਰਜਸ਼ੀਲ ਹੁੰਦੀਆਂ ਰਹੀਆਂ ਹਨ। ਤਾਨਾਸ਼ਾਹੀ, ਬਾਦਸ਼ਾਹੀ, ਪ੍ਰਜਾਤੰਤਰ, ਪੂੰਜੀਵਾਦ, ਸਮਾਜਵਾਦ ਆਦਿ ਵਿਵਸਥਾ ਕੋਈ ਹੋਵੇ, ਸੁਤੰਤਰਤਾ, ਸੁਰੱਖਿਆ ਅਤੇ ਨਿਆਂ ਸਫਲਤਾ ਦੇ ਆਧਾਰ ਹੁੰਦੇ ਹਨ। ਵਿਦਿਆਰਥੀਆਂ ਨੂੰ ਅਧਿਆਪਕ ਉਤਨਾ ਨਹੀਂ ਪੜ੍ਹਾਉਂਦੇ ਜਿਤਨਾ ਵਿਦਿਆਰਥੀ ਆਪਣੇ ਜਮਾਤੀਆਂ ਤੋਂ ਸਿੱਖਦੇ ਜਾਣਦੇ ਹਨ। ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ, ਧਰਮ ਉਹਨਾਂ ਨੂੰ ਸਵਰਗ ਦਿੰਦਾ ਹੈ। ਧਾਰਮਿਕ ਆਗੂਆਂ ਦੇ ਵਿਹਾਰ ਵਿੱਚ ਇਤਨੀ ਮੂਰਖਤਾ ਹੁੰਦੀ ਹੈ ਕਿ ਕਿਸੇ ਨੂੰ ਸਿਆਣਾ ਕਹਿਣਾ ਪਖੰਡ ਲੱਗਦਾ ਹੈ। ਮੱਧਕਾਲ ਵਿੱਚ ਇਹ ਪ੍ਰਚਲਿਤ ਧਾਰਨਾ ਸੀ ਕਿ ਮਨੁੱਖ ਬੇਈਮਾਨੀ ਪੈਸੇ ਲਈ ਕਰਦਾ ਹੈ। ਆਸ ਸੀ ਕਿ ਪੈਸਾ ਆਉਣ ਨਾਲ ਬੇਈਮਾਨੀ ਮੁੱਕ ਜਾਵੇਗੀ, ਪਰ ਇਵੇਂ ਹੋਇਆ ਨਹੀਂ। ਆਧੁਨਿਕ ਯੁੱਗ ਵਿੱਚ ਪੈਸਾ ਆਉਣ ਨਾਲ ਨਾ ਕੇਵਲ ਬੇਈਮਾਨੀ ਵਧੀ ਹੈ, ਸਗੋਂ ਪੈਸੇ ਵਾਲੇ ਵਧੇਰੇ ਬੇਈਮਾਨ ਹੋ ਗਏ ਹਨ। ਭਾਵੇਂ ਇਸਤਰੀ ਦੀ ਦਿਲਚਸਪੀ ਕਈ ਪੁਰਸ਼ਾਂ ਵਿੱਚ ਹੁੰਦੀ ਹੈ, ਪਰ ਪਸੰਦ ਉਹ ਆਪਣੇ ਆਪ ਨੂੰ ਹੀ ਕਰਦੀ ਹੈ। ਪ੍ਰਸਿੱਧ ਅਦਾਕਾਰ ਅਕਸਰ ਗੁਸਤਾਖ ਹੁੰਦੇ ਹਨ, ਕਿਉਂਕਿ ਉਹਨਾਂ ਦੀਆਂ ਗੁਸਤਾਖੀਆਂ ਬਰਦਾਸ਼ਤ ਕੀਤੀਆਂ ਜਾਂਦੀਆਂ ਹਨ। ਮਨੋਵਿਗਿਆਨੀ ਇਲਾਜ ਕਰਦਿਆਂ ਮਾਨਸਿਕ ਰੋਗੀਆਂ ਤੋਂ ਉਹਨਾਂ ਦੀਆਂ ਛੁਪਾਈਆਂ ਹੋਈਆਂ ਗੱਲਾਂ ਬੁਲਵਾਉਂਦਾ ਹੈ। ਜੇ ਕੋਈ ਪੁਰਾਣਾ ਝੂਠ ਵਰਤਿਆ ਜਾ ਸਕਦਾ ਹੋਵੇ ਤਾਂ ਕੋਈ ਨਵਾਂ ਝੂਠ ਉਸਾਰਨ ਦਾ ਕਸ਼ਟ ਨਹੀਂ ਕਰੇਗਾ। ਪੱਕਾ ਅਸੂਲ ਉਸ ਨੂੰ ਕਹਿੰਦੇ ਹਨ ਜਿਹੜਾ ਕੁਰਬਾਨ ਕਰਨ ਦੀ ਅਤੀ ਜ਼ਰੂਰੀ ਲੋੜ ਵੇਲੇ ਹੀ ਕੁਰਬਾਨ ਕੀਤਾ ਜਾਂਦਾ ਹੈ। ਕੋਈ ਅਸੂਲ ਅਜਿਹਾ ਨਹੀਂ ਹੁੰਦਾ ਜਿਹੜਾ ਕਦੇ ਵੀ ਕੁਰਬਾਨ ਨਾ ਕੀਤਾ ਗਿਆ ਹੋਵੇ। ਜੇ ਵਿਆਹੇ ਇਸਤਰੀ ਪੁਰਸ਼ ਦੀ ਨਾ ਬਣੇ ਤਾਂ ਉਹ ਤਲਾਕ ਲੈ ਸਕਦੇ ਹਨ, ਪਰ ਜੇ ਉਹ ਵਿਆਹੇ ਨਾ ਹੋਣ ਤਾਂ ਖਹਿੜਾ ਛੁਡਾਉਣ ਦਾ ਯਤਨ ਨਹੀਂ ਕੀਤਾ ਜਾਂਦਾ। ਦਿਲਚਸਪੀ ਘਟਦੀ ਘਟਦੀ ਆਪੇ ਮੁੱਕ ਜਾਂਦੀ ਹੈ।
ਜੇਕਰ ਲੋੜ ਬਣੇ ਤਾਂ ਇਸਤਰੀ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੀ ਹੈ। ਪ੍ਰੇਮੀ ਜਾਂ ਪਤੀ ਨੂੰ ਉਹ ਬਚਾਉਣ ਦਾ ਹੀ ਯਤਨ ਕਰਦੀ ਹੈ। ਅਮਰੀਕਾ ਵਿੱਚ ਇਕੱਲਿਆਂ ਵਿਚਰਨ ਦਾ ਰਿਵਾਜ ਨਹੀਂ। ਫਰਾਂਸ ਵਿੱਚ ਕੋਈ ਇਕੱਲਾ ਹੁੰਦਾ ਹੀ ਨਹੀਂ। ਇੰਗਲੈਂਡ ਵਿੱਚ ਭੀੜ ਵਿੱਚ ਵੀ ਇਕੱਲਤਾ ਦਾ ਅਹਿਸਾਸ ਹੁੰਦਾ ਹੈ। ਭਾਰਤ ਵਿੱਚ ਇਕੱਲੇ ਹੋਣਾ ਕੋਈ ਪਸੰਦ ਨਹੀਂ ਕਰਦਾ। ਹਰ ਵੇਲੇ ਭੀੜ ਦਾ ਭਾਗ ਬਣਨ ਦੀ ਇੱਛਾ ਹੁੰਦੀ ਹੈ। ਕੁਝ ਵੱਖਰਾ ਕਹਿਣ, ਸੁਣਨ, ਕਰਨ ਵਾਸਤੇ ਹੀ ਇੱਕ ਦੂਜੇ ਨੂੰ ਕਿਹਾ ਜਾਂਦਾ ਹੈ, ਚਲੋ ਕਿਧਰੇ ਚੱਲੀਏ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।